ਖਿਲਾਫਤ ਦੇ ਅੰਦਰ ਹੈ ਹਰ ਬੰਦਾ। ਖਿਲਾਫਤ ਦੇ ਬੱਲੇ ਖਿਲਾਫਤ ਦੇ ਅੰਦਰ ਤੁਹਾਡਾ ਖਲੀਫਾ ਜਿਹੜਾ ਤੁਹਾਡਾ ਖਲੀਫਾ ਚਲੋ ਇੱਕ ਮਿੰਟ या साहब कोई इलम ही लै लवीए नासिर साहब को खिलाफत की तारीफ ते करदे हो नासिर साहब खिलाफत कहंदे किन्नू ने जो भी है खिलाफ फिरौनी निज़ाम नूं कुरान पाक दे विच खिलाफत दे बारे च की लिखे है? जो भी लिखिया है ठीक लिखिया है। खिलाफत है वे अहमदियत की जिहड़ी खिलाफत है ये खिलाफत। ये किन्ने बनाई सी खिलाफत? ना जी ये किन्ने बनाई सी खिलाफत? जिन्हें बनाने वाले से उन्होंने बढ़ा दी है। नहीं किन्ने बनाई सी? बशीरुद्दीन महमूद साहब ने वो मामा लगदा सी। मिर्जा साहब ने तो बनाई नहीं, हकीम नूरुद्दीन साहब ने तो बनाई नहीं। और जिहदी शारा अल्लाह ताला ने कटी सूरा आका दे मुताबिक ਉਹ ਜਿਹੜਾ ਮਿਰਜ਼ਾ ਸਾਹਿਬ ਦਾ ਇਲਾਮ ਹੈ ਉਹ ਕੁੱਤਾ ਹੈ, ਕੁੱਤੇ के हिस्से पे मरेगा, वो बना के गया फिर। अच्छा यार चुप कर, हुण तेरा दिमाग इसलिए मेरा इतना नहीं एनर्जी तेरे नाल इत्थे मार, तू वैसे ही बेला ਤੁਹਾਡੇ ਕੋਲ ਜਵਾਬ ਹੈ ਹੀ ਨਹੀਂ। तेरे नाल मैं हुण इत्थे किथे मदद मारा? ਤੁਹਾਡੇ ਕੋਲ ਜਵਾਬ ਹੈ ਹੀ ਨਹੀਂ ਨੇ ਸਾਡੇ ਸਵਾਲ। ਭੂਤਰਿਆ ਢੱਗਾ ਹੈ ਤੂੰ, ਤੇ ਤੇਰੇ ਨਾਲ ਮੈਂ ਹੁਣ ਇੱਥੇ ਕਿੱਥੇ ਬਹਿਸ ਲਾਵਾਂ? ਮੈਂ ਭੂਤਰਿਆ ਢੱਗਾ ਨਹੀਂ, ਮਿਰਜ਼ਾ ਮਸਰੂਰ ਭੂਤਰਿਆ ਢੱਗਾ ਵੇ। ਇੰਜ ਨਾ ਕਰੋ ਨਾਸਰ ਸਾਹਿਬ, ਹਰ ਬੰਦੇ ਤੇ ਤੁਸੀਂ ਪਾਬੰਦੀ ਨਹੀਂ ਲਾ ਸਕਦੇ ਨਾ, ਤੁਸੀਂ ਆਪਣੇ ਬੰਦਿਆਂ ਦੇ ਵੀ ਪਾਬੰਦੀ ਲਾਉਂਦੇ ਹੋ। ਮੈਂ ਕੀ ਕਿਹਾ ਉਹਨੂੰ? ਮੈਂ ਕਿਹਾ ਮੇਰੇ ਨਾਲ ਮੈਂ ਅੱਲਾਹ ਅਬੂ ਬਕਰ ਸਾਹਿਬ ਤੁਹਾਡੇ ਕੋਲ ਜਵਾਬ ਹੈ ਹੀ ਨਹੀਂ। ਇਨਸਾਫ ਦੀ ਗੱਲ ਕਰੋ ਕਿ ਉਹ ਬਦਤਮੀਜ਼ੀ ਕਰ ਰਿਹਾ ਹੈ, ਉਹਨੂੰ ਡਕੋ। ਤੇ ਮੈਂ ਕੋਈ ਬਦਤਮੀਜ਼ੀ ਨਹੀਂ ਕਰ ਰਿਹਾ। ਤੂੰ ਮੈਨੂੰ ਕਿਹਾ ਭੂਤਰਿਆ ਢੱਗਾ, ਤੇਰਾ ਪਿਓ ਹੋਏਗਾ ਭੂਤਰਿਆ ਢੱਗਾ, ਮਿਰਜ਼ਾ ਮਸਰੂਰ ਹੋਏਗਾ, ਅਕਬਰ ਹੋਏਗਾ। ਅਕਬਰ ਭਾਈ ਤੁਸੀਂ ਅਕਬਰ ਭਾਈ ਥੋੜਾ ਜਿਹਾ ਬਰਦਾਸ਼ਤ ਕਰੋ, ਇਹਨੂੰ ਗਾਲਾਂ ਕੱਢ ਲੈਂਦੇ, ਕੋਈ ਮਸਲਾ ਨਹੀਂ। ਤੁਸੀਂ ਥੋੜਾ ਵੱਡੇ ਹੁੰਦਾ ਸਬੂਤ ਦੇ ਔਰ ਬਰਦਾਸ਼ਤ ਕਰੋ। ਵੇਖਨੇ ਅੱਗੇ ਭਾਈ ਕਿਹੜੀ ਸਹੀ ਤਾਲੀਮ ਦੇ ਉੱਤੇ ਹੈ, ਇਹ ਸਿਰਫ ਅਸੀਂ ਵੇਖਣਾ ਜੀ ਨਾਸਰ ਸਾਹਿਬ। ਜਾਂ ਤੁਸੀਂ ਇਹਨਾਂ ਨਾਲ ਗੱਲ ਕਰਨ ਸੇ ਜਿਹੜਾ ਵੀ ਐਗਰੀ ਨਹੀਂ ਕਰ ਸਕਦੇ। ਮੇਰੀ ਮਰਜ਼ੀ ਹੈ, ਮੈਂ ਜਿਸ ਨਾਲ ਗੱਲ ਕਰਾਂ, ਕੋਈ ਮੈਂ ਕੋਈ ਪਾਬੰਦੀ ਥੋੜੀ ਹੈ। ਮਤਲਬ ਇਹ ਹੋਇਆ ਕਿ ਤੁਸੀਂ ਮੁਖਾਲਫ ਅਗਰ ਤੁਹਾਡੀ ਕਿਤਾਬਾਂ ਪੜ੍ਹਨ ਤੁਹਾਨੂੰ ਵੀ ਇਤਰਾਜ਼, ਤੁਹਾਡੇ ਆਪਣੇ ਕਿਤਾਬਾਂ ਪੜ੍ਹਨ ਉਹ ਵੀ ਤੁਹਾਡੇ। ਅੱਲਾ ਨੇ ਕਿਹਾ ਹੈ ਕਿ ਜਿਹੜੇ ਜਾਹਿਲ ਲੋਕ ਹੋਣ ਉਹਨਾਂ ਕੋਲ ਸਲਾਮ ਕਰਕੇ ਤੇ ਟੁਰ ਜਾਓ। ਇਹੀ ਗੱਲ ਕਹੀ ਹੈ ਕਿ ਨਹੀਂ? ਅੱਛਾ ਜੁੰਬਾ ਸਾਹਿਬ ਦੇ ਗਰੁੱਪ ਵਿੱਚ ਕੋਈ ਇੱਕ ਬੰਦਾ ਤੁਸੀਂ ਦੱਸ ਸਕਦੇ ਹੋ ਜਿਹਨੂੰ ਤੁਸੀਂ ਸਮਝਦੇ ਹੋ ਕਿ ਉਹਦੇ ਨਾਲ ਗੱਲ ਕਰ ਸਕਦੇ ਹੋ? ਨਹੀਂ, ਮਤਲਬ ਕੋਈ ਇੱਕ ਬੰਦੇ ਨਾਲ ਵੀ ਤੁਸੀਂ ਗੱਲ ਨਹੀਂ ਕਰ ਸਕਦੇ? ਨਹੀਂ, ਸਾਰੇ ਪਾਗਲ। ਤੁਹਾਡਾ ਕੋਈ ਮੁਰੱਬੀ ਕਰ ਸਕਦਾ ਹੋਵੇ? ਮੈਂ ਕਾਹਦੇ ਲਈ ਕਰੀਏ? ਮੈਨੂੰ ਕੀ ਪਤਾ, ਮੁਰੱਬੀ ਕੋਲ ਪੁੱਛਣਾ ਪਿਆ। ਮੈਂ ਸਾਰੇ ਅੱਛਾ ਤੁਹਾਡੇ ਖਲੀਫਾ ਸਾਹਿਬ ਕਰ ਸਕਦੇ ਹੋ? ਕਿਹਦੇ ਨਾਲ? ਜੁੰਬਾ ਸਾਹਿਬ ਦੇ ਕਿਸੇ ਵੀ ਗਰੁੱਪ ਦੇ ਕਿਸੇ ਵੀ ਬੰਦੇ ਨਾਲ ਜਾਂ ਜੁੰਬਾ ਸਾਹਿਬ ਨਾਲ ਹੀ? ਉਹ ਖਲੀਫਾ ਸਾਹਿਬ ਕੋਲ ਪੁੱਛੋ। ਹੁਣ ਮੈਂ ਖਲੀਫਾ ਸਾਹਿਬ ਦੀ ਗੱਲ ਮੈਂ ਦੱਸ ਸਕਣਾ ਵਾ ਇੱਥੇ? ਯਾਨੀ ਕਿ ਕੋਈ ਖਲੀਫਾ ਸਾਹਿਬ ਤੋਂ ਲੈ ਕੇ ਤੇ ਤੁਹਾਡੇ ਆਮ ਮੁਰੱਬੀ। ਮੈਂ ਆਪਣੀ ਗੱਲ ਕੀਤੀ ਅਬੂ ਬਕਰ ਸਾਹਿਬ, ਮੈਂ ਆਪਣੀ ਗੱਲ ਕਰ ਸਕਣਾ ਵਾ। ਮੈਂ ਸਾਰਿਆਂ ਦੀ ਗੱਲ ਤਾਂ ਨਹੀਂ ਕਰ ਸਕਣਾ ਨਾ। ਮੈਂ ਆਪਣੀ ਗੱਲ ਤੁਹਾਨੂੰ ਕੀਤੀ। ਅੱਲਾ ਕਹਿੰਦਾ ਕਿ ਜਿਹੜਾ ਵੀ ਕੋਈ ਤੁਸੀਂ ਵੇਖੋ ਕਿ ਤੁਹਾਡਾ ਨਹੀਂ ਹੈ ਤਾਂ ਉਹਨੂੰ ਸਲਾਮ ਕਰਕੇ ਟੁਰ ਜਾਓ। ਤਾਂ ਮੈਂ ਕਿਹਾ ਬਸ ਨਹੀਂ। ਦੇਖੋ ਨਾ ਜੰਬਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਮੈਂ ਸੁਣਿਆ ਉਹ ਕੋਈ ਐਡੀ ਬਦਤਮੀਜ਼ੀ ਨਾਲ ਨਹੀਂ ਬੋਲਦੇ, ਔਰ ਉਹਨਾਂ ਬਕਾਇਦਾ ਮੁਨਾਜ਼ਰੇ ਵਾਸਤੇ ਵੀ ਚੈਲੰਜ ਕੀਤੇ ਹੈ, ਬਕਾਇਦਾ ਮੋਬਾਈਲ ਵਾਸਤੇ ਵੀ ਚੈਲੰਜ ਕੀਤੇ ਹੈ, ਲੇਕਿਨ ਕੋਈ ਬੰਦਾ ਜਵਾਬ ਨਹੀਂ ਦਿੰਦਾ ਉਹਨਾਂ ਦਾ। ਤੇ ਅਸੀਂ ਟਿਕਟੋਕ ਤੇ ਵੇਖਦੇ ਹਾਂ ਤੁਹਾਡੇ ਚੋਂ ਵੀ ਕੋਈ ਬੰਦਾ ਜਿਹੜਾ ਵੇ ਇੱਕ ਹੀ ਬੰਦਾ ਹੈ ਤਾਰਿਕ ਚੌਹਾਨ ਲਗਾ ਫਿਰਦਾ, ਕੋਈ ਇੱਕ ਬੰਦਾ ਉਹਨਾਂ ਨਾਲ ਗੱਲ ਨਹੀਂ ਕਰਦਾ। ਕੀ ਵਜ੍ਹਾ ਹੈ? ਬਦਤਮੀਜ਼ ਨੇ। ਅੱਛਾ ਬਦਤਮੀਜ਼ ਕਦੋਂ ਉਹਨਾਂ ਤੁਹਾਡੇ ਨਾਲ ਕੀਤੀ? ਮੈਂ ਤੁਹਾਨੂੰ ਆਵਾਂਗੇ ਤਾਰਿਕ ਚੌਹਾਨ ਦੀਆਂ ਹੁਣ ਇੱਥੇ ਬੈਠਿਆ ਤੁਹਾਡੇ ਸਾਹਮਣੇ ਇਸਨੇ ਅਜ਼ਹਰ ਸਾਹਿਬ ਦੇ ਵਾਸਤੇ ਇਹਨੂੰ ਪਤਾ ਹੈ ਕਿ ਅਸੀਂ ਕੀ ਮੰਨਿਆ ਤੇ ਇਹਨੇ ਕੀ ਬਦਤਮੀਜ਼ੀ ਕੀਤੀ ਹੈ। ਬੰਦਾ ਗੱਲ ਕਰਨ ਦੇ ਕਾਬਿਲ ਹੈ। ਮਿਰਜ਼ਾ ਸਾਹਿਬ ਦਾ ਇਲਾਮ ਹੈ ਉਹ ਕੁੱਤਾ ਹੈ, ਕੁੱਤੇ ਕੇ ਹਿੱਸੇ पे मरेगा। ਇਹਦੇ ਚ ਮੇਰਾ ਕੀ ਕਸੂਰ ਹੈ? ਮੇਰੇ ਵਾਲਦ ਸਾਹਿਬ ਉਹਦੇ ਪ੍ਰਾਈਵੇਟ ਸੈਕਟਰੀ ਸੀਗੇ, ਉਹ ਆਪਣੀ ਟੱਟੀ ਮੂੰਹ ਤੇ ਮਲ ਲੈਂਦਾ ਹੁੰਦਾ ਸੀ। ਮੇਰਾ ਇਹਦੇ ਚ ਕੀ ਕਸੂਰ ਹੈ? ਇਹ ਵੀ ਨਾ ਨਾਸਰ ਸਾਹਿਬ ਦੀ ਗੱਲ ਨਾ ਕਰੋ, ਫਿਰ ਬਰਾੜ ਦਾ ਮਾਹੌਲ ਖਰਾਬ ਹੋ ਗਿਆ। ਯਾਰ ਅਲੀ ਭਾਈ ਮੈਂ ਖੁਦਾ ਦੀ ਕਸਮ ਖਾ ਕੇ ਕਹਿ ਰਿਹਾ, ਮੇਰੇ ਵਾਲਦ ਸਾਹਿਬ ਨੇ ਮੈਨੂੰ ਦੱਸਿਆ ਕਿ ਮੈਂ ਉਹਨਾਂ ਦਾ ਪ੍ਰਾਈਵੇਟ ਸੈਕਟਰੀ ਸੀ, ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਦਾ। ਉਹ ਫਾਲਜ ਹੋ ਗਿਆ ਸੀ 10 ਸਾਲ, ਆਪਣੀ ਟੱਟੀ ਚੁੱਕ ਕੇ ਆਪਣੇ ਮੂੰਹ ਤੇ ਮਾਰ ਲੈਂਦਾ ਸੀ। ਫਿਰ ਮਿਰਜ਼ਾ ਸਾਹਿਬ ਦਾ ਇਲਾਮ ਇੱਕ ਮਿੰਟ ਸੁਣ। ਇਹਨੂੰ ਜਿਸਲੇ ਪਤਾ ਲੱਗਾ ਸੀ, ਇਹਨੂੰ ਦੱਸਿਆ ਸੀ, ਇਸ ਬੇਗੈਰਤ ਕੋਲੋਂ ਪੁੱਛ ਕੇ ਇਹ ਕਦੋਂ ਨਿਕਲਿਆ ਜਮਾਤ ਤੋਂ ਬਾਹਰ? ਫਿਰ ਤੁਸੀਂ ਗਲਤ ਉਹਨੇ ਕੀ ਕੀਤਾ? ਉਹ ਤੁਹਾਨੂੰ ਨਹੀਂ ਨਜ਼ਰ ਆਉਂਦੀ? ਉਹਦੀ ਗੱਲ ਨਹੀਂ ਤੁਹਾਨੂੰ ਨਜ਼ਰ ਨਜ਼ਰ ਨਹੀਂ ਆਉਂਦੀ? ਤੁਸੀਂ ਸਟਾਰਟ ਹੀ ਤੁਸੀਂ ਕੀਤਾ ਸੀ, ਤੁਸੀਂ ਕੈਸੀ ਜੁੰਬਾ ਦੇ ਪਿਛਲਾ 13 ਚ ਉਹਨੇ ਸਭ ਤੋਂ ਪਹਿਲੇ
ਇਹ ਗੱਲ ਬਦਤਮੀਜ਼ੀ ਉਹਨੇ ਕੀਤੀ ਹੈ ਹਜ਼ਰਤ ਸਾਹਿਬ ਵਾਸਤੇ, ਹੁਣ ਵੀ ਉਹ ਗੱਲ ਕਰਦਾ ਅੱਛਾ ਮੈਂ ਫਿਰ ਆਪਣੀ ਗੱਲ ਰਿਕਾਰਡ ਕਰਾ ਦੇਣਾ ਕਿ ਸ਼ੁਰੂਆਤ ਤੁਸੀਂ ਕੀਤੀ ਸੀ, ਤੁਸੀਂ ਕਿਹਾ ਸੀ ਜੁੰਮਾ, ਤੁਹਾਨੂੰ ਪੁੱਛਿਆ ਸੀ ਕਿ ਜੁੰਮਾ ਸਾਹਿਬ ਵਾਲੇ ਜਿਹੜੇ ਨੇ ਇਹਨਾਂ ਨੂੰ ਤੁਸੀਂ ਕੀ ਸਮਝਦੇ ਹੋ, ਤੁਸੀਂ ਕਿਹਾ 9 ਵਿੱਚ ਨਾ 13 ਵਿੱਚ। ਉਹ ਮੈਂ ਕਿਹਾ ਤਸਦੀਕ ਕਰ ਸਾਹਿਬ ਲੁਕਿਆ ਕਿਉਂ ਹੈ, ਉਹਨੂੰ ਬਾਹਰ ਕਿਉਂ ਨਹੀਂ ਕੱਢਦਾ? ਜਾ ਤੂੰ ਕੱਢ ਲੈਣਾ ਨਾ ਤੁਹਾਡੇ 'ਚ ਹਿੰਮਤ ਹੀ ਨਹੀਂ ਹੈਗੀ, ਫਰੋਨੀ ਨਿਜ਼ਾਮ ਹੈ। ਅੱਛਾ ਅਕਬਰ ਸਾਹਿਬ ਆਪਣੇ ਹਜ਼ਰਤ ਸਾਹਿਬ ਸਾਡਾ ਨਿਜ਼ਾਮ ਹੈ, ਫਰੋਨੀ ਹੈ, ਜੋ ਵੀ ਸਾਡੀ ਮਰਜ਼ੀ ਹੈ। ਅਕਬਰ ਸਾਹਿਬ ਇੱਕ ਅਕਬਰ ਭਾਈ ਇੱਕ ਮਿੰਟ, ਮੈਂ ਸੋਰੀ ਇੱਕ ਗੱਲ ਇਹਨਾਂ ਕੋਲੋਂ ਸਿਰਫ ਪੁੱਛਣੀ ਹੈ। ਅੱਛਾ ਨਾਸਰ ਸਾਹਿਬ, ਅਗਰ ਇਹਨਾਂ ਨੇ ਕੁੱਤੇ ਦੇ ਅਦਲ ਦੀ ਗੱਲ ਕੀਤੀ ਹੈ ਤੇ ਤੁਹਾਨੂੰ ਗੁੱਸਾ ਚੜਿਆ, ਤੇ ਅਗਰ ਭੱਟੋ ਸਾਹਿਬ ਦੇ ਬਾਰੇ 'ਚ ਕੋਈ ਗੱਲ ਕਰੇ ਤੇ ਉਹਦਾ ਫਿਰ ਕੀ ਇਲਾਜ ਹੋਣਾ ਚਾਹੀਦਾ? ਕੀ ਇਹ ਜਿਹੜੇ ਕੁੱਤੇ ਦੇ ਆਦਤ ਤੇ ਮਰਨ ਵਾਲੀ ਗੱਲ ਕੀਤੀ ਅਕਬਰ ਖਾਨ ਸਾਹਿਬ ਨੇ ਤੇ ਤੁਹਾਨੂੰ ਬੜਾ ਗੁੱਸਾ ਲੱਗਿਆ, ਅਗਰ ਇਹੀ ਗੱਲ ਕੋਈ ਭੱਟੋ ਸਾਹਿਬ ਦੇ ਬਾਰੇ 'ਚ ਕਰੇ ਤੇ ਉਹਦਾ ਇਲਾਜ ਕੀ ਹੋਣਾ ਚਾਹੀਦਾ? ਉਹ ਜਿਹੜਾ ਕਰੇਗਾ ਉਹਦੇ ਕੋਲ ਪੁੱਛੋ, ਮੈਨੂੰ ਕੀ ਪਤਾ ਕੀ ਇਲਾਜ ਹੋਣਾ ਚਾਹੀਦਾ। ਮਤਲਬ ਅਗਰ ਕਿਤਾਬਾਂ 'ਚ ਚੀਜ਼ ਲਿਖੀ ਹੋਵੇ ਜਾਂ ਕੋਈ ਕਿਸੇ ਖਲੀਫੇ ਦੇ ਮੂੰਹ 'ਚੋਂ ਗੱਲ ਨਿਕਲੀ ਹੋਵੇ ਤਾਂ ਉਹਨੂੰ ਸਾੜ ਦੇਣਾ ਚਾਹੀਦਾ ਨਾ, ਫਿਰ ਕੀ ਕਰਨਾ ਚਾਹੀਦਾ? ਸਾੜ ਦੇਣਾ ਚਾਹੀਦਾ, ਉਹਨੂੰ ਧੋਣ ਲਾ ਦੇਣੀ ਚਾਹੀਦੀ ਹੈ ਜੀ ਬੰਦੇ ਦੀ। ਲਾ ਲਵੇ ਧੋਣ ਜਿੰਨੇ ਲਾ ਸਕਦਾ ਜਿਹੜਾ। ਨਹੀਂ ਤੁਸੀਂ ਇਕਰਾਰ ਤੇ ਕਰੋ ਨਾ, ਅਗਰ ਕੋਈ ਬੰਦੇ ਨੇ ਇਹ ਗੱਲ ਕੀਤੀ ਹੋਵੇ ਤੇ ਉਹ ਫਿਰ ਐਸ ਦਾ ਹੱਕਦਾਰ ਹੈ ਨਾ। ਉਹਨੇ ਕੋਈ ਪ੍ਰੂਫ ਹੀ ਤੇ ਦਿੱਤੇ ਹੋਣਗੇ ਨਾ। ਤੇ ਅਕਬਰ ਖਾਨ ਸਾਹਿਬ ਕੋਲ ਪ੍ਰੂਫ ਮੰਗੋ ਹਾਂ। ਉਹ ਤੇ ਮੈਂ ਪ੍ਰੂਫ ਦੱਸਣ ਲੱਗਾ ਸਾਂ, ਤੁਸੀਂ ਰੋਕ ਦਿੱਤਾ ਮੈਨੂੰ। ਨਹੀਂ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ। ਉਹਨਾਂ ਅਗਰ ਮੈਂ ਗੁੱਸਾ ਨਹੀਂ ਕੀਤਾ ਅਕਬਰ ਸਾਹਿਬ, ਇਹ ਜਿਹੜੀ ਅਬੂ ਬਕਰ ਸਾਹਿਬ ਇਹ ਤੇ ਤਾਰਕ ਸਾਹਿਬ ਜਿਹੜੀਆਂ ਅੱਜ ਗੱਲਾਂ ਕਰਦੇ ਨੇ, ਇਹਨਾਂ ਕੋਲੋਂ ਇਹ ਪੁੱਛੋ ਕਿ ਜਿਹੜੀਆਂ ਗੱਲਾਂ ਇਹ ਕਹਿੰਦਾ ਮੇਰੇ ਪਿਓ ਨੇ ਮੈਨੂੰ ਦੱਸੀਆਂ ਸੀ ਤੇ ਉਸ ਤੋਂ ਬਾਅਦ ਇਹ ਅੰਮ ਚੂਪਦਾ ਰਿਹਾ ਇੱਥੇ ਇਤਨਾ। ਅੱਛਾ ਠੀਕ ਹੋ ਗਿਆ, ਅਸੀਂ ਹੁਣ ਇਸ ਤਰ੍ਹਾਂ ਕਰਨੇ ਆ, ਤੁਸੀਂ ਹੁਣ ਇਸ ਗੱਲ ਦਾ ਗੁੱਸਾ ਨਹੀਂ ਕਰਨਾ। ਮੇਰੇ ਸਾਹਿਬ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰਾਂਗੇ। ਛੋੜ ਇਸ ਪਰ। ਅਗਰ ਤੁਸੀਂ ਕੁੱਤੇ ਦੇ ਅੱਦਰ ਦਾ ਉਹਨਾਂ ਗੁੱਸਾ ਨਹੀਂ ਕਰਨਾ ਤੇ ਅਕਬਰ ਖਾਨ ਸਾਹਿਬ ਕੋਲ ਅਸੀਂ ਪੁੱਛਨੇ ਆ ਕਿ ਕਿਵੇਂ ਫਿੱਟ ਹੁੰਦੀ ਏ, ਤੁਸੀਂ ਹੁਣ ਗੁੱਸਾ ਨਹੀਂ ਕਰਨਾ। ਅਕਬਰ ਖਾਨ ਸਾਹਿਬ ਤੂੰ ਕਰਦਾ ਰੋ ਇਹਨੂੰ ਤੇ ਮੈਨੂੰ ਲਾ ਦੇ, ਮੇਰੇ ਬਸੂ ਬਾਹਰ ਨੇ ਪੂੰਤਰੇ। ਨਹੀਂ ਤੁਸੀਂ ਦੇਖੋ ਗੁੱਸਾ ਨਹੀਂ ਕਰਨਾ। ਅਸੀਂ ਸਾਰੇ ਹੀ ਬਾਹਰ ਆ, ਤੁਹਾਡਾ ਮਿਰਜ਼ਾ ਮਸਰੂਰ ਨਸਿਆ ਹੋਇਆ ਵੇ। ਜਾ ਤੂੰ ਮਿਰਜ਼ਾ ਤਾਹਿਰ ਦੀਆਂ ਚੀਕਾਂ ਨਿਕਲ ਗਈਆਂ ਸੀ, ਮੇਰੇ ਲਈ ਦੁਆ ਕरें अल्लाह ताला वो वजूद मुझे ही बना दे, पहले अब्बा जी बने सी वजूद। ਤੁਹਾਡਾ ਮਿਰਜ਼ਾ ਤਾਹਿਰ ਦੀਆਂ ਚੀਕਾਂ ਨਿਕਲ ਗਈਆਂ ਸੀ। ਮਤਲਬ ਇਹ ਦੇਖੋ ਨਾ, ਦੋਹਰਾ ਮੇਰਾ ਤੁਸੀਂ ਭੱਟੋ ਸਾਹਿਬ ਵਾਸਤੇ ਕਹੋ ਕਿ ਕੁੱਤੇ ਦੇ ਆਦਤ ਤੇ ਮਰ ਗਏ ਤੇ ਉਹ ਕੋਈ ਨਹੀਂ ਗੱਲ ਹੈ ਰਹੀ ਹੈ, ਲੇਕਿਨ ਅਗਰ ਜੁਮਾ ਗਰੁੱਪ ਵਾਲੇ ਜਾਂ ਲੋਰੀ ਗਰੁੱਪ ਵਾਲੇ ਇਹੀ ਪੇਸ਼ਗੋਈ ਨੂੰ ਫਿੱਟ ਕਰਨ ਤੁਹਾਡੇ ਕਿਸੇ ਖਲੀਫਾ ਤੇ ਉਹ ਤੁਸੀਂ ਆਂਦੇ ਹੋ ਅਸੀਂ ਨਾਲ ਗੱਲ ਹੀ ਨਹੀਂ ਕਰਨੀ, ਨਾਲੇ ਗਾਲਾਂ ਵੀ ਕੱਢੋ। ਆਹ ਤਾਂ ਜਿਹੜੇ ਬੰਦੇ ਆਪਣੇ ਲਈ ਗਲਤ ਸਮਝਦੇ ਨੇ ਉਹ ਗਾਲਾਂ ਹੀ ਕੱਢਦੇ ਨੇ ਨਾ ਅੱਗੋਂ। ਮਸਲਾ ਤੇ ਉਹੀ ਹੈ ਨਾ, ਜਾਂ ਤੇ ਫਿਰ ਭੱਟੋ ਸਾਹਿਬ ਵਾਲਾ ਅਸੂਲ ਵੀ ਗਲਤ ਹੈ ਤੁਹਾਡਾ। ਭਾਈ ਇਹ ਵੇਖੋ ਇਲਹਾਮ ਅੱਲਾਹ ਤਾਲਾ ਦੀ ਤਰਫੋਂ में ਤੇ ਅੱਲਾਹ ਨੇ ਕੁਰਾਨ ਵਿੱਚ ਕਿਹਨੂੰ ਕੁੱਤਾ ਕਿਹਾ ਵੇ, ਕਿਸੇ ਪੋਲੀਟੀਸ਼ੀਅਨ ਨੂੰ ਕਿਹਾ ਵੇ, ਕਿਸੇ ਆਰਮੀ ਚੀਫ ਨੂੰ ਕਿਹਾ ਵੇ ਜਾਂ ਕਿਸੇ ਉਲਮਾ ਸੂ ਨੂੰ ਕਿਹਾ ਵੇ। ਸੂਰਾ ਅਲ ਅਰਾਫ 175 ਆਇਤ ਦੇ ਵਿੱਚ ਬਲਮ ਬਿਨ ਬਾਉਰਾ ਉਹਨੂੰ ਇਲਹਾਮ ਵੀ। ਅਬੂ ਬਕਰ ਸਾਹਿਬ ਤੁਹਾਡੀ ਮਿਹਰਬਾਨੀ ਤੇ ਅਲੀ ਤੁਹਾਡੀ ਸਲਾਮ ਅਲੈਕਮ, ਮੈਂ ਚੱਲਿਆ ਵਾਂ ਤੇ ਮੈਂ ਤੁਹਾਨੂੰ ਪਤਾ ਮੈਂ ਨੱਸ ਜਾਣਗੇ ਸਾਰੇ, ਨੱਸ ਜਾਣਗੇ ਸਾਡੇ ਕੋਲ ਤੇ ਇੱਥੇ ਫਿਰ ਰੋਲਾ ਪੈ ਜਾਣਾ ਤੇ ਫਾਇਦਾ ਨਹੀਂ। ਉਹ ਤੁਹਾਨੂੰ ਸਬੂਤ ਦੇ ਲਗੇ ਨੇ ਨਾ ਕਿ ਇਹ ਪੇਜ ਕੋਈ ਕਿੱਥੇ ਫਿੱਟ ਫਿਰ ਮੈਂ ਸਬੂਤ ਇਹਨੂੰ ਦਿੱਤਾ ਤੇ ਮੁਸ਼ਕਲ ਹੋ ਜਾਣੀ ਹੈ, ਇੱਥੋਂ ਤੇ ਜਾਣ ਦਿਓ ਅੱਲਾਹ ਦਾ ਵਾਸਤਾ। ਯਾਨੀ ਕਿ ਤੁਸੀਂ ਗਾਲਾਂ ਕੱਢੋਗੇ ਫਿਰ ਬਦਲੇ ਚ, ਜ਼ਾਹਿਰ ਹੈ ਫਿਰ ਮੇਰੇ ਕੋਲ ਰਹਿਣ ਨਹੀਂ ਹੁੰਦਾ। ਹਾਂ ਮਤਲਬ ਸਬੂਤ ਤੁਸੀਂ ਨਹੀਂ ਲਵੋਗੇ, ਲੇਕਿਨ ਤੁਸੀਂ ਭੱਟੋ ਸਾਹਿਬ ਤੇ ਫਿੱਟ ਕਰੋ ਤੇ ਤੁਸੀਂ ਬੜੇ ਖੁਸ਼ ਬਾਹਾਂ ਖੜੀਆਂ ਕਰਕੇ ਤੁਸੀਂ ਹੱਸੋ। ਉਹ ਭੱਟੋ ਤੇ ਹੁੰਦੀ ਨਹੀਂ, ਇਹ ਪੇਸ਼ੈਂਟ ਕੋਈ ਫਿੱਟ ਹੁੰਦੀ ਹੈ ਕਿਸੇ ਉਲਮਾ ਦੀਨ ਦੇ ਉੱਤੇ, ਕਿਉਂਕਿ ਅੱਲਾਹ ਦਾ ਇਲਹਾਮ ਹੈ ਨਾ, ਤੇ ਅੱਲਾਹ ਨੇ ਤੇ ਉਲਮਾ ਸੂ ਨੂੰ ਕੁੱਤਾ ਕਿਹਾ ਵੇ। ਠੀਕ ਹੈ ਜੀ, ਅੱਲਾਹ ਦੇ ਸਪੁਰਦ। ਉਹ ਮਿਰਜ਼ਾ ਮਹਿਮੂਦ ਦੇ ਉੱਤੇ ਉਹ ਕੁੱਤੇ ਦੇ ਹਿੰਸੇ ਤੇ ਮਰਿਆ ਵੇ। ਸੂਰਾ ਹੱਕਾ ਦੇ ਮੁਤਾਬਕ ਸ਼ਾਰਕ ਕੱਟੀ ਗਈ, ਮਫਲੂਜ ਹੋ ਕੇ ਮਰਿਆ। ਮਿਰਜ਼ਾ ਸਾਹਿਬ ਕਹਿੰਦੇ ਸੀ ਜਿਹੜਾ ਉਹਨਾਂ ਨੂੰ ਤੰਗ ਕਰਦਾ ਸੀ ਕਿ ਯਾ ਅੱਲਾ ਇਸੇ ਮਫਲੂਜ ਕਰ ਦੇ, ਉਹ ਕਹਿੰਦੇ ਸੀ ਇਹ ਕਹਿਰ ਦੀ ਮਾਰ ਹੈ ਮਫਲੂਜ ਹੋਣਾ। ਉਹ 10 ਸਾਲ ਨਾ ਮੁਰਦਿਆਂ ਸੀ ਨਾ ਜ਼ਿੰਦਿਆਂ ਸੀ ਮਿਰਜ਼ਾ ਮਹਿਮੂਦ। मिर्जा ताहिर ਦੀਆਂ चीखा निकल गई जदों जब्बा साहब का दावा आया, मेरे लिए दुआ करें कि अल्लाह ताला वो वजूद मुझे ही बना दे। पहले वह अब्बा बनया सी, वो वजूद मुस्लिम मौद इको वजूद का अल्लाह ने वादा किया वे, वो 20 फरवरी 1886 का वजूद है। जदों जब्बा साहब का दावा आया वो बाद मिर्जा ताहिर ने अपने वास्ते दुआवां करानियां शुरू करती। हुण वो मिर्जा मसरूर नूं भेजिया होया वे लैटर, वो मुबाला नहीं करता, मुनाजरा नहीं करता, लुकिया होया वे। बई एक गैर तशरी नबी दे देन कुरान चो जिहदी खिलाफत होई होवे, या अल्लाह ने कुरान च वादा किया होवे
ਕਿ ਮੈਂ ਕਿਸੇ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਤੋਂ ਇਲਾਵਾ ਕਿਸੇ ਦੀ ਖਿਲਾਫਤ ਕਾਇਮ ਕਰਾਂਗਾ। मिर्जा साहब यही कह रहे हैं कि अल्लाह ताला क़यामत तक। क्या इन फितनों को देखकर आपका दिल नहीं टूटता? क्या आप दुख नहीं महसूस करते कि उम्मते मुसलमा उम्मते मुहम्मदिया कितनी दूर जा रही है और ये फितने सर उठा रहे हैं और इन फितनों के अंदर ये उम्मते मुसलमा गिर रही है। हम एक जामिया बना रहे हैं, जामिया खत्म नबूवत, जिसके अंदर तकाबले अदयान और मज़ाहब की तालीम दी जाएगी। नौ मुस्लिमीन को दावत दी जाएगी कि वो आके हमारे पास पढ़ें, जहाँ पर लड़कों को भी तालीम दी जाएगी और लड़कियों को भी तालीम दी जाएगी। ऐसे उलमा और स्कॉलर तैयार किए जाएंगे कि जो गैर मुसलमों के उठाए गए एतराजात के जवाब दे सकेंगे। जामिया खत्म नबूवत की अराजी खरीदनी है वो, और 2 कनाल जगह जनाब आप की मुंतजिर है और मुखय्यर हजरात की मुंतजिर है कि मुखय्यर हजरात तवज्जो फरमाएं और कम अज कम ये जगह सबसे पहले हम खरीद लें, इसके बाद उसकी तमीरात के मराहल होंगे। तो अभी ये ज़कात निकालने के अयाम है, रजब, शबान और रमज़ान, तो दोस्तों से गुजारिश है कि अपनी ज़कातें कम अज़ कम जो है ये जामिया खत्म नबूवत को दें। ये तो ज़कात तो आपके ऊपर फ़र्ज़ है, आपने निकालनी ही निकालनी है। अपने रिज़्क़े हलाल में से भी आप निकाल के ये जामिया की जो अराज़ी हमने खरीदने की कोशिश की है और ऐलान किया है, इसके अंदर हमारी मदद करें। अल्लाह हज़रत फाज़िल बरेलवी ने अपना 10 नकाती एजेंडा पेश किया था, जिसके अंदर सबसे पहले ही उन्होंने चीज ये रखी कि ऐसे अजीमुशान मदारस खोलो कि जो उम्मत मुसलमा के अकायद और नजरियात की हिफाजत कर सकें। तो अल्लाह हज़रत फाज़िल बरेलवी के इस ख्वाब को आप लोगों ने पूरा करना है और जामिया खत्म नबूवत बनना चाहिए। और इसके बनाने के अंदर मुखय्यर हज़रात से मैं अपील करता हूँ कि इसकी तरफ तवज्जो फरमाएं और कम अज़ कम ये जगह पहले ले लें, इसके बाद तमीरात की कैंपेन हम चलाएंगे। इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं। ताजदारे ख़त्म नबूवत जिंदाबाद जिंदाबाद। लब्बैक 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 या खातमन नबिय्यीन सल्लल्लाहु अलैहि वसल्लम। ताजदारे ख़त्म नबूवत जिंदाबाद जिंदाबाद। लब्बैक 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 या खातमन नबिय्यीन सल्लल्लाहु अलैहि वसल्लम। ताजदारे ख़त्म नबूवत जिंदाबाद जिंदाबाद।